ਯੈਸ ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਨੈਸ਼ਨਲਿਜ਼ਮ ਇਨ ਇੰਡੀਆ ਲੈਸਨ ਦਾ ਜਿਹੜਾ ਲਾਸਟ ਟੌਪਿਕ ਹੈ ਦਾ ਸੈਂਸ ਆਫ ਕਲੈਕਟਿਵ ਬਿਲੋਂਗਿੰਗ, ਇਹ ਅਸੀਂ ਅੱਜ ਰੀਡ ਕਰਾਂਗੇ। ਕਲੈਕਟਿਵ ਬਿਲੋਂਗਿੰਗ ਮੀਨਸ ਕਿ ਇਹ ਫੀਲਿੰਗ ਹੋਣੀ ਕਿ ਅਸੀਂ ਸਾਰੇ ਇੱਕ ਹੀ ਨੇਸ਼ਨ ਨੂੰ ਬਿਲੋਂਗ ਕਰਦੇ ਹਾਂ, ਸਾਡੇ ਵਿੱਚ ਕੁਛ ਸਾਂਝੀ ਚੀਜ਼ ਹੈ, ਅਸੀਂ ਸਾਰਿਆਂ ਦੇ ਵਿੱਚ ਕਾਮਨ ਚੀਜ਼ ਹੈ ਕਿ ਅਸੀਂ ਇੰਡੀਅਨ ਹਾਂ। ਜਿਵੇਂ ਸੋ ਸੈਂਸ ਆਫ ਨੈਸ਼ਨਲ ਫੀਲਿੰਗ ਹੈ ਤਾਂ ਮਤਲਬ ਇੱਕ ਤਰ੍ਹਾਂ ਦੇ ਨਾਲ ਕਿਵੇਂ ਡਿਵੈਲਪ ਹੋਈ, ਲੋਕਾਂ ਦੇ ਵਿੱਚ ਕਿੰਨਾਂ ਚੀਜ਼ਾਂ ਦੇ ਨਾਲ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਗਈ ਡਿਊਰਿੰਗ ਦਾ ਕਲੋਨੀਅਲ ਪੀਰੀਅਡ, ਅੰਗਰੇਜ਼ਾਂ ਦੇ ਟਾਈਮ ਦੇ ਦੌਰਾਨ, ਉਹ ਅਸੀਂ ਦੇਖਾਂਗੇ। ਪਹਿਲਾਂ ਤੁਸੀਂ ਇਹ ਪਿਕਚਰ ਦੇਖ ਲਓ। ਇਸ ਪਿਕਚਰ ਦੇ ਤੁਸੀਂ ਦੇਖ ਸਕਦੇ ਹਾਂ ਕਿ ਬਾਲ ਗੰਗਾਧਰ ਤਿਲਕ ਜਿਹੜੇ ਨੇ ਉਹ ਖੜੇ ਨੇ ਸੈਂਟਰ ਦੇ ਵਿੱਚ। ਇਹ 20th ਸੈਂਚੁਰੀ ਦੀ ਬਿਗਨਿੰਗ ਦਾ ਇੱਕ ਪ੍ਰਿੰਟ ਹੈਗਾ ਆ। ਇਹ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਲ ਗੰਗਾਧਰ ਤਿਲਕ ਜਿਹੜੇ ਨੈਸ਼ਨਲ ਲੀਡਰ ਸੀਗੇ, ਉਹਨਾਂ ਦੇ ਅਰਾਊਂਡ ਯੂਨਿਟੀ ਦੇ ਸਿੰਬਲ, ਨੈਸ਼ਨਲ ਸਿੰਬਲ ਦਿਖਾਏ ਗਏ ਨੇ ਇੱਕ ਤਰ੍ਹਾਂ ਦੇ। ਕਿਵੇਂ ਦ ਸੈਕਰਡ ਇੰਸਟੀਟਿਊਸ਼ਨਸ ਆਫ ਡਿਫਰੈਂਟ ਫੇਥਸ, ਅਲੱਗ-ਅਲੱਗ ਧਰਮਾਂ ਦੇ ਜਿਹੜੇ ਇੰਸਟੀਟਿਊਸ਼ਨਸ ਨੇ, ਜਿਵੇਂ ਮੰਦਰ, ਚਰਚ, ਮਸਜਿਦ ਦਿਖਾਏ ਗਏ ਨੇ, ਸੈਂਟਰ 'ਚ ਉਹਨਾਂ ਨੂੰ ਦਿਖਾਇਆ ਗਿਆ। ਯੂਨਿਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਰੇ ਹੀ ਧਰਮਾਂ ਦੇ ਲੋਕ ਜਿਹੜੇ ਨੇ ਉਹ ਬਰਾਬਰ ਨੇ, ਔਰ ਤਿਲਕ ਜੀ ਵਾਸਤੇ ਵੀ ਸਾਰੇ ਧਰਮ ਬਰਾਬਰ ਸੀਗੇ। ਤੁਸੀਂ ਦੇਖ ਸਕਦੇ ਹਾਂ ਨੀਚੇ ਚਰਚ ਹੈ, ਇੱਧਰ ਮੰਦਰ ਦਿਖਾਇਆ ਹੈ, ਦੈਨ ਉੱਪਰ ਮਸਜਿਦ ਦਿਖਾਈ ਹੈ। ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਹੀ ਧਰਮਾਂ ਦੇ ਸਿੰਬਲ ਜਿਹੜੇ ਨੇ ਉਹ ਦਿਖਾਏ ਗਏ ਨੇ ਤਾਂ ਕਿ ਲੋਕਾਂ 'ਚ ਯੂਨਿਟੀ ਪੈਦਾ ਹੋਵੇ। ਸੋ ਸਟਾਰਟ ਕਰਦੇ ਹਾਂ ਟੌਪਿਕ। ਕਹਿੰਦਾ ਨੈਸ਼ਨਲਿਜ਼ਮ ਸਪਰੈਡਸ ਵੈਨ ਪੀਪਲ ਬਿਗਿਨ ਟੂ ਬਿਲੀਵ ਦੈਟ ਦੇ ਆਰ ਆਲ ਪਾਰਟ ਆਫ ਦ ਸੇਮ ਨੇਸ਼ਨ। ਦੇਸ਼ ਭਗਤੀ ਦੀ ਭਾਵਨਾ, ਰਾਸ਼ਟਰਵਾਦ, ਨੈਸ਼ਨਲਿਜ਼ਮ ਦੀ ਭਾਵਨਾ ਉਦੋਂ ਲੋਕਾਂ 'ਚ ਪੈਦਾ ਹੁੰਦੀ ਹੈ ਜਦੋਂ ਉਹਨਾਂ ਨੂੰ ਲੱਗੇ ਕਿ ਉਹ ਸਾਰੇ ਇੱਕ ਹੀ ਨੇਸ਼ਨ ਨੂੰ ਬਿਲੋਂਗ ਕਰਦੇ ਨੇ, ਇੱਕ ਹੀ ਦੇਸ਼ ਦੇ ਨੇ। ਵੈਨ ਦੇ ਡਿਸਕਵਰ ਸਮ ਯੂਨਿਟੀ ਦੈਟ ਬਾਈਂਡਸ ਦੈਮ ਟੂਗੈਦਰ, ਜਦੋਂ ਲੋਕਾਂ ਦੇ ਵਿੱਚ ਇਹ ਚੀਜ਼ ਪੈਦਾ ਹੋਵੇ ਕਿ ਉਹ ਯੂਨਾਈਟਿਡ ਨੇ, ਕੋਈ ਉਹਨਾਂ ਨੂੰ ਯੂਨਾਈਟਿਡ ਕਰਨ ਵਾਲਾ ਐਲੀਮੈਂਟ ਹੋਵੇ, ਸਾਂਝਾ ਐਲੀਮੈਂਟ, ਤਾਂ ਹੀ ਉਹਨਾਂ 'ਚ ਨੈਸ਼ਨਲਿਜ਼ਮ ਫੀਲਿੰਗ ਪੈਦਾ ਹੁੰਦੀ ਹੈ। ਲੇਕਿਨ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਨੈਸ਼ਨਲਿਜ਼ਮ ਦੀ ਫੀਲਿੰਗ ਹੈ ਲੋਕਾਂ ਦੇ ਮਨ 'ਚ ਆਈ ਕਿਵੇਂ। ਲੋਕ ਤਾਂ ਅੱਜ ਵੀ ਡਿਫਰੈਂਟ ਨੇ, ਹਿੰਦੁਸਤਾਨ ਦੇ ਉਦੋਂ ਵੀ ਡਿਫਰੈਂਟ ਸੀਗੇ, ਅਲੱਗ-ਅਲੱਗ ਕਮਿਊਨਿਟੀਜ਼ ਨੂੰ ਬਿਲੋਂਗ ਕਰਨ ਵਾਲੇ ਸੀ, ਅਲੱਗ-ਅਲੱਗ ਏਰੀਆਜ਼ ਰਹਿਣ ਵਾਲੇ ਸੀ, ਅਲੱਗ-ਅਲੱਗ ਉਹਨਾਂ ਦੀਆਂ ਲੈਂਗੁਏਜਿਸ ਸੀਗੀਆਂ। ਫਿਰ ਉਹਨਾਂ 'ਚ ਕਲੈਕਟਿਵ ਬਿਲੋਂਗਿੰਗ ਦੀ ਫੀਲਿੰਗ, ਨੈਸ਼ਨਲਿਜ਼ਮ ਦੀ ਫੀਲਿੰਗ ਆਈ ਕਿਵੇਂ, ਦੇਖਦੇ ਹਾਂ। ਕਹਿੰਦਾ ਦਿਸ ਸੈਂਸ ਆਫ ਕਲੈਕਟਿਵ ਬਿਲੋਂਗਿੰਗ ਕੇਮ ਪਾਰਟਲੀ ਥਰੂ ਦਾ ਐਕਸਪੀਰੀਅੰਸ ਆਫ ਯੂਨਾਈਟਿਡ ਸਟਰਗਲਸ। ਲੋਕੀ ਅੰਗਰੇਜ਼ਾਂ ਦੇ ਖਿਲਾਫ ਮਿਲ ਕੇ ਸਟਰਗਲ ਕਰ ਰਹੇ ਸੀਗੇ, ਉਸ ਸਟਰਗਲ ਦੇ ਵਿੱਚੋਂ ਹੀ ਇਹ ਨੈਸ਼ਨਲ ਜਿਹੜੀ ਫੀਲਿੰਗ ਹੈ ਲੋਕਾਂ 'ਚ ਡਿਵੈਲਪ ਹੋਣੀ ਸ਼ੁਰੂ ਹੋ ਗਈ, ਕਿਉਂਕਿ ਸਭ ਇੱਕ ਹੀ ਦੁਸ਼ਮਣ ਦੇ ਖਿਲਾਫ ਲੜ ਰਹੇ ਸੀਗੇ, ਮਿਲ ਕੇ ਲੜ ਰਹੇ ਸੀ, ਚਾਹੇ ਉਹ ਕਿਸੇ ਵੀ ਕਾਸਟ ਜਾਂ ਕਲਾਸ ਦੇ ਹੋਣ। ਲੇਕਿਨ ਇਸ ਤੋਂ ਬਿਨਾਂ ਕਹਿੰਦਾ ਕੁਛ ਹੋਰ ਵੀ ਰੀਜ਼ਨ ਸੀਗੇ, ਜਿਵੇਂ ਕਲਚਰਲ ਪ੍ਰੋਸੈਸਿਸ, ਕੁਛ ਕਲਚਰਲ ਐਕਟੀਵਿਟੀਜ਼ ਵੀ ਸੀਗੀਆਂ ਜਿਨ੍ਹਾਂ ਰਾਹੀਂ ਨੈਸ਼ਨਲ ਫੀਲਿੰਗ ਡਿਵੈਲਪ ਹੋਈ। ਹਿਸਟਰੀ, ਇਤਿਹਾਸ, ਪੁਰਾਣਾ ਇਤਿਹਾਸ, ਉਹਦੇ ਵਿੱਚ ਵੀ ਉਹਨਾਂ ਨੇ ਪੜ੍ਹਿਆ ਕਿ ਕਿਵੇਂ ਲੋਕ ਮਿਲ ਕੇ ਸਟਰਗਲ ਕਰਦੇ ਰਹੇ। ਦੈਨ ਫਿਕਸ਼ਨ, ਬਹੁਤ ਸਾਰੀਆਂ ਕਹਾਣੀਆਂ ਦੇ ਰਾਹੀਂ, ਫੋਕਲੋਰ, ਲੋਕ ਕਹਾਣੀਆਂ ਦੇ ਰਾਹੀਂ, ਸੌਂਗਸ, ਗੀਤਾਂ ਦੇ ਰਾਹੀਂ, ਪੋਪੂਲਰ ਪ੍ਰਿੰਟਸ, ਫੋਟੋਗ੍ਰਾਫਸ ਰਾਹੀਂ, ਸਿੰਬਲਸ, ਨੈਸ਼ਨਲ ਸਿੰਬਲਸ ਦੇ ਰਾਹੀਂ, ਸਾਰੀਆਂ ਚੀਜ਼ਾਂ ਦੇ ਰਾਹੀਂ ਹੌਲੀ ਹੌਲੀ ਲੋਕਾਂ 'ਚ ਨੈਸ਼ਨਲ ਫੀਲਿੰਗ ਡਿਵੈਲਪ ਹੋਣ ਲੱਗ ਗਈ। ਸੋ ਲਿਟਰੇਚਰ ਨੇ ਕਾਫੀ ਜ਼ਿਆਦਾ ਰੋਲ ਪਲੇ ਕੀਤਾ ਲੋਕਾਂ 'ਚ ਨੈਸ਼ਨਲ ਫੀਲਿੰਗ ਲਿਆਉਣ ਦੇ ਵਿੱਚ। ਅੱਛੀਆਂ ਬੁੱਕਸ ਪ੍ਰਿੰਟ ਹੋਈਆਂ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਇੰਸਪਾਇਰ ਕੀਤਾ ਗਿਆ ਕਿ ਉਹ ਮਿਲ ਕੇ ਜਿਹੜਾ ਹੈ ਸਟਰਗਲ ਕਰਨ ਫॉर ਫਰੀडम ਆਫ ਦ ਕੰਟਰੀ। ਨੈਕਸਟ ਪੇਜ ਦੇਖਦੇ ਹਾਂ। ਅੱਗੇ ਦੱਸ ਰਿਹਾ, ਕਹਿੰਦਾ ਆਈਡੈਂਟੀਟੀ ਆਫ ਨੇਸ਼ਨ ਐਜ਼ ਯੂ ਨੋ ਇਜ਼ ਮੋਸਟ ਆਫਨ ਸਿੰਬਲਾਈਜ਼ਡ ਇਨ ਫਿਗਰ ਔਰ ਇਮੇਜ। ਆਪਾਂ ਫਸਟ ਚੈਪਟਰ ਦੇ ਵਿੱਚ ਨੈਸ਼ਨਲਿਜ਼ਮ ਯੂਰਪ ਜਿਹੜਾ ਚੈਪਟਰ ਸੀ ਉਹ ਪੜ੍ਹਿਆ ਸੀਗਾ। ਉਹਦੇ 'ਚ ਅਸੀਂ ਦੇਖਿਆ ਸੀਗਾ ਕਿ ਕਿਵੇਂ ਫਰਾਂਸ ਔਰ ਜਰਮਨੀ ਦੇ ਵਿੱਚ ਉਹਨਾਂ ਦੇ ਨੇਸ਼ਨ ਦੀਆਂ ਫੀਮੇਲ ਇਮੇਜਿਸ ਕ੍ਰੀਏਟ ਕੀਤੀਆਂ ਗਈਆਂ ਸੀਗੀਆਂ। ਸੋ ਕਹਿੰਦਾ ਕਿ ਅਕਸਰ ਜਿਹੜਾ ਹੈ ਫੀਮੇਲ ਫਿਗਰ ਦੀ ਫੋਰਮ ਦੇ ਵਿੱਚ ਹੁਣ ਨੇਸ਼ਨ ਨੂੰ ਦੇਖਿਆ ਜਾਣ ਲੱਗ ਪਿਆ ਸੀਗਾ। ਇਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਨੇਸ਼ਨ ਦਾ ਜਿਹੜਾ ਆਈਡੀਆ ਹੈ ਉਹਨੂੰ ਇੱਕ ਇਮੇਜ, ਇੱਕ ਵਿਜ਼ੂਅਲ ਇਮੇਜ ਦੇ ਫੋਰਮ ਦੇ ਵਿੱਚ ਦੇਖ ਸਕਦੇ ਹਾਂ, ਇੱਕ ਪ੍ਰਤੱਖ ਫੋਰਮ ਦੇ ਵਿੱਚ ਸਾਹਮਣੇ ਦੇਖ ਸਕਦੇ ਹਾਂ। ਉੱਦਾਂ ਅਸੀਂ ਦੇਸ਼ ਨੂੰ ਦੇਖ ਨਹੀਂ ਸਕਦੇ, ਲੇਕਿਨ ਉਹਦੀ ਅਗਰ ਅਸੀਂ ਇਮੇਜ, ਕੋਈ ਪਿਕਚਰ ਬਣਾ ਦਈਏ ਤਾਂ ਅਸੀਂ ਉਹਨੂੰ ਦੇਖ ਸਕਦੇ ਹਾਂ। 20th ਸੈਂਚੁਰੀ ਦੇ ਵਿੱਚ ਜਦੋਂ ਹਿੰਦੁਸਤਾਨ ਦੇ ਵਿੱਚ ਨੈਸ਼ਨਲਿਜ਼ਮ ਦੀ ਫੀਲਿੰਗ ਡਿਵੈਲਪ ਹੋਈ ਤਾਂ ਇੰਡੀਆ ਜਿਹੜਾ ਹੈ ਇਹਦੀਆਂ ਇਮੇਜਿਸ ਬਣਾਈਆਂ ਗਈਆਂ। ਭਾਰਤ ਮਾਤਾ ਨਾਮ ਦੀ ਇਮੇਜ ਜਿਹੜੀ ਹੈ ਉਹ ਹਿੰਦੁਸਤਾਨ ਨੂੰ ਦਿੱਤੀ ਗਈ। ਪਹਿਲੀ ਭਾਰਤ ਮਾਤਾ ਦੀ ਇਮੇਜ ਜਿਹੜੀ ਸੀ ਬੰਕਿਮ ਚੰਦਰ ਚਟੋਪਾਧਿਆਏ ਜੀ ਨੇ ਬਣਾਈ, ਜਿਨ੍ਹਾਂ ਨੇ ਕਿ ਸਾਡਾ ਨੈਸ਼ਨਲ ਸੌਂਗ ਵੰਦੇ ਮਾਤਰਮ ਵੀ ਲਿਖਿਆ ਹੈ। ਸੋ ਕੁਐਸਚਨ ਜਿਹੜਾ ਹੈ 1 ਮਾਰਕ ਆਬਜੈਕਟਿਵ ਟਾਈਪ ਆ ਸਕਦਾ ਹੈ ਕਿ ਬੰਕਿਮ ਚੰਦਰ ਚੈਟਰਜੀ ਨੇ, ਮਤਲਬ ਕਿਸ ਇਨਸਾਨ ਨੇ ਜਿਹੜਾ ਹੈ ਪਹਿਲੀ ਭਾਰਤ ਮਾਤਾ ਦੀ ਇਮੇਜ ਬਣਾਈ? ਬੰਕਿਮ ਚੰਦਰ ਚਟੋਪਾਧਿਆਏ ਨੇ। ਇਹਨਾਂ ਨੇ ਹੀ 1870 ਦੇ ਵਿੱਚ ਵੰਦੇ ਮਾਤਰਮ ਨਾਮ ਦਾ ਜਿਹੜਾ ਭਜਨ ਹੈ ਮਦਰਲੈਂਡ ਦਾ, ਦੇਸ਼ ਭਗਤੀ ਵਾਲਾ, ਉਹ ਲਿਖਿਆ ਸੀਗਾ। ਬਾਅਦ ਵਿੱਚ ਵੰਦੇ ਮਾਤਰਮ ਸੌਂਗ ਨੂੰ ਜਿਹੜਾ ਹੈ ਉਹਨਾਂ ਦੇ ਨਾਵਲ ਆਨੰਦਮਠ ਵਿੱਚ ਵੀ ਇਨਕਲੂਡ ਕੀਤਾ ਗਿਆ। ਔਰ ਜਦੋਂ ਸਵਦੇਸ਼ੀ ਮੂਵਮੈਂਟ ਚੱਲੀ ਸੀ ਬੰਗਾਲ ਦੇ ਵਿੱਚ, ਉਸ ਟਾਈਮ 'ਤੇ ਵੀ ਵੰਦੇ ਮਾਤਰਮ ਬਹੁਤ ਜ਼ਿਆਦਾ ਗਾਇਆ ਗਿਆ ਦੇਸ਼ ਭਗਤਾਂ ਰਾਹੀਂ। ਸਵਦੇਸ਼ੀ ਮੂਵਮੈਂਟ ਤੋਂ ਇੰਸਪਾਇਰਡ ਹੋ ਕੇ
ਅਬਿੰਦਰਨਾਥ ਟੈਗੋਰ ਜੀ ਨੇ ਵੀ ਇਸ ਤੋਂ ਬਾਅਦ ਜਿਹੜੀ ਹੈ ਭਾਰਤ ਮਾਤਾ ਦੀ ਇੱਕ ਫੇਮਸ ਇਮੇਜ ਬਣਾਈ ਸੀਗੀ। ਇਹ ਇਮੇਜ ਤੁਸੀਂ ਫਿਗਰ ਨੰਬਰ 12 'ਚ ਦੇਖ ਸਕਦੇ ਆ। ਫਿਗਰ ਨੰਬਰ 12 ਭਾਰਤ ਮਾਤਾ ਦੀ ਇਮੇਜ ਦਿੱਤੀ ਗਈ ਹੈ। ਅਬਿੰਦਰਨਾਥ ਟੈਗੋਰ ਨੇ 1905 'ਚ ਕ੍ਰੀਏਟ ਕੀਤੀ ਸੀਗੀ। ਤੁਸੀਂ ਦੇਖ ਸਕਦੇ ਆ ਕਿ ਭਾਰਤ ਮਾਤਾ ਨੂੰ ਮਦਰ ਫਿਗਰ ਦੇ ਫੋਰਮ 'ਚ ਦਿਖਾਇਆ ਗਿਆ ਹੈ ਔਰ ਇਹਨੂੰ ਲਰਨਿੰਗ ਦਾ ਸਿੰਬਲ ਵੀ ਦਿਖਾਇਆ ਗਿਆ, ਐਜੂਕੇਸ਼ਨ, ਫੂਡ, ਕਲੋਥਿੰਗ, ਸੋ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਨ ਵਾਲੀ ਭਾਰਤ ਮਾਤਾ ਦਿਖਾਈ ਗਈ ਹੈ ਕਿ ਐਜੂਕੇਸ਼ਨ ਦੇਣ ਵਾਲੀ ਹੈ, ਫੂਡ ਔਰ ਕਲੋਥਿੰਗ ਪ੍ਰੋਵਾਈਡ ਕਰਨ ਵਾਲੀ ਹੈ। ਇਹਦੇ ਹੱਥ ਵਿੱਚ ਇੱਕ ਮਾਲਾ ਦਿਖਾਈ ਗਈ ਹੈ ਜੋ ਕਿ ਉਹਦੀਆਂ ਐਸਟਿਕ ਕੁਆਲਿਟੀਜ਼ ਨੂੰ ਸਿੰਬਲਾਈਜ਼ ਕਰ ਰਹੀ ਹੈ। ਸੰਨਿਆਸੀ ਦੀ ਫੋਰਮ ਦੇ ਵਿੱਚ, ਐਸਟਿਕ ਹੁੰਦਾ ਜਿਹਨੇ ਘਰ-ਬਾਰ ਛੱਡਿਆ ਹੋਵੇ, ਸੋ ਐਸਟਿਕ ਦੀਆਂ ਕੁਆਲਿਟੀਜ਼ ਦਿਖਾਈਆਂ ਗਈਆਂ ਨੇ, ਮਾਲਾ ਦਿਖਾਈ ਗਈ ਹੈ ਹੱਥ ਵਿੱਚ। ਅਬਿੰਦਰਨਾਥ ਟੈਗੋਰ ਨੇ ਜਿਹੜਾ ਹੈ ਅਬਿੰਦਰਨਾਥ ਟੈਗੋਰ ਨੇ ਰਵੀ ਵਰਮਾ ਵਾਂਗ ਹੀ ਜਿਹੜਾ ਹੈ ਇੱਕ ਐਸੇ ਸਟਾਈਲ ਦੇ ਵਿੱਚ ਪੇਂਟਿੰਗ ਬਣਾਈ ਸੀ ਜਿਹੜੀ ਕਿ ਟਰੂਲੀ ਇੰਡੀਅਨ ਲੱਗਦੀ ਸੀਗੀ। ਤੁਸੀਂ ਦੇਖ ਸਕਦੇ ਹੋ ਇੱਕ ਸੰਨਿਆਸੀ ਵਾਂਗ ਦਿਖਾਇਆ ਗਿਆ ਹੈ ਭਾਰਤ ਮਾਤਾ ਨੂੰ ਇਹਦੇ ਵਿੱਚ। ਸੋ ਇਹੀ ਡਿਸਕਸ ਕਰਦੇ ਹਾਂ ਫਿਗਰ ਨੰਬਰ 12 ਭਾਰਤ ਮਾਤਾ ਬਾਏ ਅਬਿੰਦਰਨਾਥ ਟੈਗੋਰ। ਸੋ ਇਹਦੇ ਵਿੱਚ ਭਾਰਤ ਮਾਤਾ ਜਿਹੜੀ ਹੈ ਐਸਥੈਟਿਕ ਫਿਗਰ ਸੰਨਿਆਸੀ ਦੀ ਫਿਗਰ 'ਚ ਦਿਖਾਈ ਗਈ ਹੈ। ਬੜੀ ਹੀ ਸ਼ਾਂਤ ਹੈ, ਕੰਪੋਜ਼ਡ ਹੈ, ਦੈਵੀ ਹੈ ਔਰ ਅਧਿਆਤਮਕ ਲੱਗ ਰਹੀ ਹੈ, ਰੱਬ ਨਾਲ ਜੁੜੀ ਹੋਈ ਹੈ। ਇਸ ਤੋਂ ਬਾਅਦ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤ ਮਾਤਾ ਦੀ ਇਮੇਜ ਜਿਹੜੀ ਹੈ ਉਹਨੇ ਡਿਫਰੈਂਟ ਫਾਰਮਸ ਲੈ ਲਈਆਂ ਔਰ ਅਲੱਗ-ਅਲੱਗ ਪ੍ਰਿੰਟਸ ਦੇ ਵਿੱਚ ਡਿਫਰੈਂਟ ਫਾਰਮ ਦਿਖੀ ਭਾਰਤ ਮਾਤਾ ਦੀ। ਜਿਵੇਂ ਫਿਗਰ ਨੰਬਰ 14 ਦੇ ਵਿੱਚ ਡਿਫਰੈਂਟ ਆਰਟਿਸਟ ਨੇ ਭਾਰਤ ਮਾਤਾ ਨੂੰ ਡਿਫਰੈਂਟ ਹੀ ਫਾਰਮ ਦੇ ਦਿੱਤੀ ਹੈ। ਡਿਵੋਸ਼ਨ ਟੂ ਦਿਸ ਮਦਰ ਫਿਗਰ ਕੇਮ ਟੂ ਬੀ ਸੀਨ ਐਜ਼ ਐਵੀਡੈਂਸ ਟੂ ਵਨਸ ਨੈਸ਼ਨਲਿਜ਼ਮ। ਭਾਰਤ ਮਾਤਾ ਦੇ ਨਾਲ ਲੋਕਾਂ ਦਾ ਪਿਆਰ ਜਿਹੜਾ ਹੈ ਨੈਸ਼ਨਲਿਜ਼ਮ ਦਾ ਹੀ ਇੱਕ ਐਵੀਡੈਂਸ ਸੀ, ਇੱਕ ਸਬੂਤ ਸੀਗਾ ਕਿ ਲੋਕਾਂ 'ਚ ਦੇਸ਼ ਭਗਤੀ ਦੀ ਭਾਵਨਾ ਹੈ। ਫਿਗਰ ਨੰਬਰ 14 ਤੁਸੀਂ ਅੱਗੇ ਦੇਖੋ ਕਿ ਉੱਥੇ ਆਪਾਂ ਡਿਸਕਸ ਕਰਾਂਗੇ ਕਿ ਉੱਥੇ ਕਿਵੇਂ ਭਾਰਤ ਮਾਤਾ ਨੂੰ ਜਿਹੜਾ ਹੈ ਪਾਵਰਫੁਲ ਜਿਹੜਾ ਹੈ ਇਮੇਜ ਦੇ ਫੋਰਮ 'ਚ ਦਿਖਾਇਆ ਗਿਆ ਹੈ, ਬਹੁਤ ਹੀ ਤਾਕਤਵਰ ਦਿਖਾਇਆ ਗਿਆ ਹੈ। ਸੋ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ। ਇਨ ਦਾ ਆਈਡੀਆਜ਼ ਆਫ ਨੈਸ਼ਨਲਿਜ਼ਮ ਆਲਸੋ ਡਿਵੈਲਪ ਥਰੂ ਅ ਮੂਵਮੈਂਟ ਟੂ ਰਿਵਾਈਵ ਇੰਡੀਅਨ ਫੋਕਲੋਰ। ਇਸ ਟਾਈਮ 'ਤੇ ਇੱਕ ਹੋਰ ਮੂਵਮੈਂਟ ਚੱਲੀ ਸੀਗੀ, ਉਹ ਮੂਵਮੈਂਟ ਸੀ ਟੂ ਰਿਵਾਈਵ ਇੰਡੀਅਨ ਫੋਕਲੋਰ, ਕਿ ਹਿੰਦੁਸਤਾਨੀ ਜਿਹੜੀਆਂ ਲੋਕ ਕਹਾਣੀਆਂ ਨੇ ਉਹਨਾਂ ਨੂੰ ਦੁਬਾਰਾ ਤੋਂ ਜੀਵਤ ਕਰਨ ਵਾਸਤੇ ਇੱਕ ਮੂਵਮੈਂਟ ਚੱਲੀ ਸੀਗੀ। ਉਸ ਰਾਹੀਂ ਵੀ ਨੈਸ਼ਨਲਿਜ਼ਮ ਦਾ ਆਈਡੀਆ ਕਾਫੀ ਜ਼ਿਆਦਾ ਡਿਵੈਲਪ ਹੋਇਆ। ਫੋਕਲੋਰ ਹੁੰਦੀ ਲੋਕ ਕਹਾਣੀ। ਲੋਕ ਕਹਾਣੀ ਜਿਹੜੀ ਹੈ ਇਹ ਔਰਲ ਇਹਦੀ ਜਿਹੜੀ ਹੈ ਟਰਾਂਸਮਿਸ਼ਨ ਹੁੰਦੀ ਹੈ, ਰਿਟਨ ਫਾਰਮ 'ਚ ਨਹੀਂ ਸੀ ਹੁੰਦੀ। ਜਿਵੇਂ ਤੁਹਾਨੂੰ ਅਕਸਰ ਤੁਹਾਡੇ ਦਾਦਾ ਦਾਦੀ ਕੋਈ ਬਚਪਨ 'ਚ ਕਹਾਣੀਆਂ ਸੁਣਾਉਂਦੇ ਹੋਣਗੇ, ਉਹ ਫੋਕਲੋਰਸ ਹੁੰਦੀਆਂ ਨੇ, ਉਹ ਰਿਟਨ ਫਾਰਮ 'ਚ ਨਹੀਂ ਮਿਲਦੀਆਂ, ਉਹ ਔਰਲ ਟਰਾਂਸਮਿਸ਼ਨ ਹੁੰਦੀ ਹੈ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਦੇ ਵਿੱਚ। ਸੋ ਫੋਕਲੋਰਸ ਦੀ ਨੂੰ ਰਿਵਾਈਵ ਕਰਨ ਦੀ ਮੂਵਮੈਂਟ ਦੇ ਰਾਹੀਂ ਵੀ ਨੈਸ਼ਨਲਿਜ਼ਮ ਡਿਵੈਲਪ ਹੋਇਆ। ਦੇਖਦੇ ਹਾਂ ਕਿਵੇਂ। ਲੇਟ 19th ਸੈਂਚੁਰੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੇ ਨੈਸ਼ਨਲ ਲੀਡਰ ਸੀਗੇ ਉਹਨਾਂ ਨੇ ਪੁਰਾਣੀਆਂ ਲੋਕ ਕਹਾਣੀਆਂ ਨੂੰ ਇੱਕ ਰਿਕਾਰਡ ਕਰਨਾ, ਇਕੱਠੇ ਕਰਨਾ ਸ਼ੁਰੂ ਕਰ ਦਿੱਤਾ। ਅਲੱਗ-ਅਲੱਗ ਪਿੰਡਾਂ 'ਚੋਂ ਜਾਂਦੇ ਸੀਗੇ, ਉੱਥੇ ਲੋਕ ਗੀਤ ਸੁਣਦੇ ਸੀਗੇ, ਉੱਥੇ ਪੁਰਾਣੀਆਂ ਲੋਕ ਕਹਾਣੀਆਂ ਸੁਣਦੇ ਸੀਗੇ, ਫਿਰ ਉਹਨਾਂ ਨੂੰ ਲਿਖ ਲਿਆ ਕਰਦੇ ਸੀਗੇ। ਇਹ ਜਿਹੜੀਆਂ ਕਹਾਣੀਆਂ ਸੀਗੀਆਂ ਨੈਸ਼ਨਲ ਲੀਡਰ ਸੋਚਦੇ ਸੀਗੇ ਕਿ ਇਹ ਕਹਾਣੀਆਂ ਹੀ ਹਿੰਦੁਸਤਾਨ ਦੇ ਪੁਰਾਣੇ ਮਹਾਨ ਕਲਚਰ ਦਾ ਸਬੂਤ ਹੈਗੀਆਂ ਨੇ ਔਰ ਇਸ ਕਲਚਰ ਨੂੰ ਅੰਗਰੇਜ਼ਾਂ ਨੇ ਆ ਕੇ ਬਰਬਾਦ ਕਰ ਦਿੱਤਾ ਹੈ ਔਰ ਸਾਨੂੰ ਪੁਰਾਣੇ ਕਲਚਰ ਨੂੰ ਸੰਭਾਲਣ ਦੀ ਲੋੜ ਹੈ। ਸੋ ਨੈਸ਼ਨਲ ਲੀਡਰ ਸੋਚਦੇ ਸੀਗੇ ਕਿ ਜ਼ਰੂਰੀ ਹੈ ਕਿ ਅਸੀਂ ਆਪਣੇ ਪੁਰਾਣੇ ਫੋਕ ਟ੍ਰੈਡੀਸ਼ਨ ਨੂੰ ਸੰਭਾਲੀਏ, ਪੁਰਾਣੀਆਂ ਲੋਕ ਕਹਾਣੀਆਂ, ਲੋਕ ਗੀਤਾਂ ਨੂੰ ਸੰਭਾਲੀਏ ਔਰ ਇਹਨਾਂ ਦੇ ਵਿੱਚੋਂ ਜਿਹੜਾ ਹੈ ਉਹਨਾਂ ਨੇ ਆਪਣੀ ਨੈਸ਼ਨਲ ਆਈਡੈਂਟੀਟੀ ਲੱਭਣ ਦੀ ਕੋਸ਼ਿਸ਼ ਕੀਤੀ। ਰੀਸਟੋਰ ਅ ਸੈਂਸ ਆਫ ਪ੍ਰਾਈਡ ਇਨ ਵਨਸ ਪਾਸਟ। ਉਹਨਾਂ ਦਾ ਮੰਨਣਾ ਸੀਗਾ ਕਿ ਜਦੋਂ ਲੋਕ ਪੁਰਾਣੀਆਂ ਲੋਕ ਕਹਾਣੀਆਂ ਪੜ੍ਹਨਗੇ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੋਏਗਾ ਕਿ ਉਹਨਾਂ ਦਾ ਪੁਰਾਣਾ ਕਲਚਰ ਕਿੰਨਾ ਮਹਾਨ ਹੈ ਔਰ ਅੰਗਰੇਜ਼ਾਂ ਨੇ ਇਹਨੂੰ ਬਰਬਾਦ ਕੀਤਾ ਹੈ। ਸੋ ਇਸ ਤਰ੍ਹਾਂ ਦੇ ਨਾਲ ਇਨਡਾਇਰੈਕਟਲੀ ਜਿਹੜਾ ਹੈ ਇਸ ਮੂਵਮੈਂਟ ਦੇ ਰਾਹੀਂ ਲੋਕਾਂ 'ਚ ਨੈਸ਼ਨਲ ਫੀਲਿੰਗ ਡਿਵੈਲਪ ਹੋਣੀ ਸ਼ੁਰੂ ਹੋ ਗਈ। ਬੰਗਾਲ ਦੇ ਵਿੱਚ ਰਵਿੰਦਰਨਾਥ ਟੈਗੋਰ ਜਿਹੜੇ ਸੀਗੇ ਉਹਨਾਂ ਨੇ ਖੁਦ ਜਿਹੜਾ ਹੈ ਬਹੁਤ ਸਾਰੇ ਪੁਰਾਣੇ ਬੈਲਡਸ, ਪੁਰਾਣੇ ਜਿਹੜੇ ਲੋਕ ਗੀਤ ਵਗੈਰਾ ਸੀਗੇ, ਨਰਸਰੀ ਰਾਈਮ, ਮਿਥਸ ਜਿਵੇਂ ਰਾਮਾਇਣ ਮਹਾਭਾਰਤ ਪੋਇਟਰੀ ਫਾਰਮ ਦੇ ਵਿੱਚ ਸੀਗੀਆਂ, ਉਹਨਾਂ ਨੂੰ ਇਕੱਠਿਆਂ ਕੀਤਾ ਐਂਡ ਲੈਟ ਦਾ ਮੂਵਮੈਂਟ ਫॉर ਫੋਕ ਰਿਵਾਈਵਲ। ਔਰ ਉਹਨਾਂ ਨੇ ਪੁਰਾਣੇ ਕਲਚਰ, ਪੁਰਾਣੇ ਫੋਕ ਸੌਂਗਸ, ਫੋਕ ਟੇਲਸ ਨੂੰ ਰਿਵਾਈਵ ਕਰਨ ਦੇ ਲਈ ਮੂਵਮੈਂਟ ਜਿਹੜੀ ਹੈ ਬੰਗਾਲ ਦੇ ਵਿੱਚ ਲੀਡ ਕੀਤੀ। ਪਿੱਛੇ ਦੇਖ ਲੈਂਦੇ ਹਾਂ ਲਾਸਟ ਪੇਜ ਦੇ ਵਿੱਚ, ਇੱਥੇ ਇੱਕ ਪੇਂਟਿੰਗ ਦਿਖਾਈ ਗਈ ਹੈ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ। ਇਹ ਕਾਫੀ ਪੋਪੂਲਰ ਪ੍ਰਿੰਟ ਸੀਗਾ। ਇਹਦੇ 'ਚ ਤੁਸੀਂ ਦੇਖ ਸਕਦੇ ਹਾਂ ਕਿ ਪੰਡਿਤ ਨਹਿਰੂ ਜੀ ਨੇ ਹੱਥ ਵਿੱਚ ਇੱਕ ਬੁੱਕ ਫੜੀ ਹੋਈ ਹੈ ਔਰ ਉਸ ਬੁੱਕ ਦੇ ਉੱਪਰ ਭਾਰਤ ਮਾਤਾ ਦੀ ਇਮੇਜ ਹੈ ਔਰ ਇੰਡੀਆ ਦਾ ਮੈਪ ਹੈ ਉਸ ਪੁਰਾਣਾ, ਔਰ ਇਮੇਜ ਭਾਰਤ ਮਾਤਾ ਇਮੇਜ ਔਰ ਭਾਰਤ ਦਾ ਜਿਹੜਾ ਮੈਪ ਹੈ ਉਹਨੂੰ ਉਹਨਾਂ ਨੇ ਆਪਣੇ ਹਾਰਟ ਦੇ ਨੇੜੇ ਰੱਖਿਆ ਹੋਇਆ ਹੈ। ਸੋ ਇਸ ਤਰ੍ਹਾਂ ਦੀਆਂ ਪੇਂਟਿੰਗਸ ਦੇ ਰਾਹੀਂ ਜਿਹੜਾ ਹੈ ਨੈਸ਼ਨਲ ਲੀਡਰਸ ਨੂੰ ਦਿਖਾਇਆ ਗਿਆ ਔਰ ਲੋਕਾਂ ਦੇ ਵਿੱਚ ਜਿਹੜੀ ਹੈ ਨੈਸ਼ਨਲ ਫੀਲਿੰਗ ਡਿਵੈਲਪ ਕਰਵਾਈ ਗਈ ਭਾਰਤ ਮਾਤਾ ਨੂੰ ਦਿਖਾ ਕੇ। ਅੱਗੇ ਦੇਖਦੇ ਹਾਂ। ਮਦਰਾਸ ਦੇ ਵਿੱਚ ਨਤੇਸਾ ਸ਼ਾਸਤਰੀ ਜਿਹੜੇ ਨੇ
ਉਹਨਾਂ ਨੇ ਇੱਕ 4 ਵੋਲੀਅਮ 4 ਜਿਲਦਾਂ ਵਾਲੀ ਇੱਕ ਕਿਤਾਬ ਜਿਹੜੀ ਪਬਲਿਸ਼ ਕੀਤੀ ਤਾਮਿਲ ਲੈਂਗੁਏਜ ਦੇ ਵਿੱਚ। ਇਹ ਫੋਕ ਟੇਲਸ ਲੋਕ ਕਹਾਣੀਆਂ ਦੇ ਉੱਪਰ ਬੇਸਡ ਸੀਗੀ। ਬੁੱਕ ਦਾ ਨਾਮ ਸੀਗਾ ਫੋਕਲੋਰ ਆਫ ਸਦਰਨ ਇੰਡੀਆ। ਸੋ ਇਹਦੇ ਵਿੱਚ ਪੁਰਾਣੀਆਂ ਲੋਕ ਕਹਾਣੀਆਂ ਉਹਨਾਂ ਨੇ ਕਲੈਕਟ ਕਰਕੇ ਪਬਲਿਸ਼ ਕਰਵਾਈਆਂ। ਨਤੇਸ਼ਾ ਸ਼ਾਸਤਰੀ ਜੀ ਸੋਚਦੇ ਸੀ, ਬਿਲੀਵ ਕਰਦੇ ਸੀਗੇ ਕਿ ਲੋਕ ਕਹਾਣੀਆਂ ਜਿਹੜੀਆਂ ਨੇ ਉਹ ਸਾਡਾ ਨੈਸ਼ਨਲ ਲਿਟਰੇਚਰ ਹੈ, ਰਾਸ਼ਟਰੀ ਲਿਟਰੇਚਰ ਹੈ। ਇਹਨੂੰ ਸਾਨੂੰ ਪੜ੍ਹਨ ਦੀ ਲੋੜ ਹੈ ਤਾਂ ਕਿ ਸਾਡੇ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਏ। ਉਹ ਸੋਚਦੇ ਸੀਗੇ ਇਟ ਵਾਜ਼ ਦ ਮੋਸਟ ਟਰਸਟਵਰਦੀ ਮੈਨੀਫੈਸਟੇਸ਼ਨ ਆਫ ਪੀਪਲਸ ਰੀਅਲ ਥਾਟਸ ਐਂਡ ਕਰੈਕਟਰਿਸਟਿਕਸ। ਅਗਰ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਅਸਲ ਸੱਚੇ ਸੁੱਚੇ ਵਿਚਾਰਾਂ ਨੂੰ ਸਮਝਣਾ ਹੈ ਤਾਂ ਸਾਨੂੰ ਲੋਕ ਕਹਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਪੜ੍ਹਨਾ ਪਏਗਾ। ਉਹਨਾਂ ਰਾਹੀਂ ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਸਕਦੇ ਹਾਂ ਔਰ ਉਹਨਾਂ ਦੇ ਕਲਚਰ ਨੂੰ, ਮਹਾਨ ਕਲਚਰ ਨੂੰ ਜਾਣ ਸਕਦੇ ਹਾਂ। ਹਾਂਜੀ, ਹੁਣ ਅਸੀਂ ਇਹ ਪਿਕਚਰ ਦੇਖ ਲੈਂਦੇ ਹਾਂ, ਫਿਗਰ 14, ਜਿਹਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, ਭਾਰਤ ਮਾਤਾ ਦੀ ਪਿਕਚਰ। ਪਹਿਲੀ ਪਿਕਚਰ ਅਸੀਂ ਬਿੰਦਰਨਾਥ ਟੈਗੋਰ ਦੀ ਦੇਖੀ ਸੀ, ਜਿਹਦੇ ਵਿੱਚ ਭਾਰਤ ਮਾਤਾ ਨੂੰ ਸੰਨਿਆਸੀ ਦਿਖਾਇਆ ਗਿਆ ਸੀ, ਲੇਕਿਨ ਇਹਦੇ ਵਿੱਚ ਡਿਫਰੈਂਟ ਫਾਰਮ ਦੇਖ ਸਕਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਮਾਤਾ ਨੂੰ ਦਿੱਤੀ ਗਈ। ਇਹ ਸੈਂਟਰ 'ਚ ਭਾਰਤ ਮਾਤਾ ਹੈ, ਗੋਡੈਸ ਦੀ ਫਾਰਮ 'ਚ ਦਿਖਾਈ ਗਈ ਹੈ। ਇਹਦੇ ਹੱਥ ਵਿੱਚ ਇੱਕ ਤ੍ਰਿਸ਼ੂਲ ਫੜਿਆ ਹੋਇਆ ਹੈ, ਸਿਰ 'ਤੇ ਕਰਾਊਨ ਪਾਇਆ ਹੋਇਆ ਹੈ। ਔਰ ਇਸ ਤੋਂ ਇਲਾਵਾ ਜਿਹੜਾ ਹੈ ਅਸੀਂ ਦੇਖ ਸਕਦੇ ਹਾਂ ਕਿ ਇਹਦੇ ਇੱਕ ਸਾਈਡ 'ਤੇ ਲਾਇਨ ਬੈਠਾ ਹੋਇਆ ਹੈ, ਇੱਕ ਸਾਈਡ 'ਤੇ ਐਲੀਫੈਂਟ ਬੈਠਾ ਹੋਇਆ ਹੈ, ਵਿਚਕਾਰ ਖੜੀ ਹੈ। ਨੈਸ਼ਨਲ ਫਲੈਗ ਤੁਸੀਂ ਦੇਖ ਸਕਦੇ ਹਾਂ। ਔਰ ਜਿਵੇਂ ਲਾਇਨ ਔਰ ਐਲੀਫੈਂਟ ਦੋਨੋਂ ਹੀ ਪਾਵਰ ਦੇ ਸਿੰਬਲ ਨੇ ਔਰ ਅਥੋਰਿਟੀ ਦੇ ਸਿੰਬਲ ਨੇ। ਸੋ ਇਹਦੇ ਰਾਹੀਂ ਦਿਖਾਇਆ ਗਿਆ ਹੈ ਕਿ ਭਾਰਤ ਮਾਤਾ ਨੂੰ ਕਾਫੀ ਪਾਵਰਫੁਲ ਦਿਖਾਇਆ ਗਿਆ ਹੈ, ਜਿਹੜੀ ਕਿ ਜ਼ੁਲਮੀ ਤਾਕਤਾਂ ਦੇ ਨਾਲ ਲੜ ਸਕਦੀ ਹੈ ਆਜ਼ਾਦੀ ਦੇ ਵਾਸਤੇ। ਸੋ ਡਿਫਰੈਂਟ ਫਾਰਮ ਜਿਹੜੀ ਹੈ ਭਾਰਤ ਮਾਤਾ ਨੂੰ ਆਉਣ ਵਾਲੇ ਟਾਈਮ 'ਚ ਦਿਖਾਈ ਗਈ।